ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਹੈਡਲਾਈਨ ਕੈਨੇਡਾ ਦੇ ਵਿੱਚ। ਮੈਂ ਹਾਂ ਰੁਪਿੰਦਰ ਕੌਰ। ਹੈਡਲਾਈਨ ਕੈਨੇਡਾ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਡਾਕੂਮੈਂਟਰੀ ਫਿਲਮ ਬਿਕੋਜ਼ ਵੀ ਆਰ ਗਰਲਸ ਦੀ। ਬਿਕੋਜ਼ ਵੀ ਆਰ ਗਰਲਸ ਕਹਾਣੀ ਹੈ ਉਹਨਾਂ ਭੈਣਾਂ ਦੀ ਜੋ ਸੈਕਸ਼ੂਅਲ ਅਸੌਲਟ ਦਾ ਸ਼ਿਕਾਰ ਹੋਈਆਂ। ਕਿਉਂ ਲੋੜ ਬਣੀ ਇਸ ਫਿਲਮ ਨੂੰ ਬਣਾਉਣ ਦੀ, ਕੀ ਸੁਨੇਹਾ ਦਿੰਦੀ ਹੈ ਇਹ ਫਿਲਮ, ਐਸੇ ਤੇ ਆਧਾਰਿਤ ਰਹੇਗੀ ਸਾਡੀ ਅੱਜ ਦੀ ਹੈ ਖਾਸ ਪੇਸ਼ਕਸ਼। ਹੈਡਲਾਈਨ ਕੈਨੇਡਾ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜੀਤੀ ਪੁੰਨੀ ਦੀ, ਜੋ ਸੈਕਸ਼ੂਅਲ ਅਸੌਲਟ ਦਾ ਸ਼ਿਕਾਰ ਹੋਈ ਸਿਰਫ 11 ਸਾਲ ਦੀ ਉਮਰ ਵਿੱਚ ਤੇ ਕਈ ਸਾਲਾਂ ਤੱਕ ਹੁੰਦੀ ਰਹੀ। ਪਰ ਜਦੋਂ ਹਿੰਮਤ ਜੁਟਾ ਕੇ ਉਸਨੇ ਆਪਣੇ ਮਾਪਿਆਂ ਨੂੰ ਦੱਸਿਆ ਤਾਂ ਮਾਪਿਆਂ ਨੇ ਵੀ ਚੁੱਪੀ ਧਾਰ ਲਈ। ਪਰ ਜੀਤੀ ਪੁੰਨੀ ਨੇ ਹਿੰਮਤ ਨਾ ਹਾਰੀ ਤੇ ਆਪਣੀ ਇੱਕ ਦੋਸਤ ਦੀ ਮਦਦ ਨਾਲ ਇੱਕ ਡਾਕੂਮੈਂਟਰੀ ਫਿਲਮ ਬਣਾਈ ਤੇ ਕੋਰਟ ਤੱਕ ਵੀ ਪਹੁੰਚ ਕੀਤੀ ਤੇ ਇਸ ਫਿਲਮ ਰਾਹੀਂ ਆਪਣੀ ਇਹ ਕਹਾਣੀ, ਆਪਣੀ ਹੈ ਆਪ ਬੀਤੀ ਦੁਨੀਆ ਤੱਕ ਪਹੁੰਚਾਈ। Our family was your typical Punjabi family. We kept to ourselves, but were always up to celebrate an occasion with singing and dancing and eventually drama. ਵੈਂਕੂਵਰ ਫਿਲਮਮੇਕਰ ਬਲਜੀਤ ਸੰਗਰਾ ਵੱਲੋਂ ਬਣਾਈ 83 ਮਿੰਟ ਦੀ ਫਿਲਮ ਬਿਕੋਜ਼ ਵੀ ਆਰ ਗਰਲਸ। ਕਹਾਣੀ ਹੈ ਜੀਤੀ ਪੁੰਨੀ ਦੀ, ਜਿਸ ਨੇ ਛੋਟੀ ਉਮਰ ਵਿੱਚ ਸੈਕਸ਼ੂਅਲ ਅਬਿਊਜ਼ ਦਾ ਸਾਹਮਣਾ ਕੀਤਾ ਪਰ ਚੁੱਪ ਰਹੀ। ਫੁੱਲ ਆਫ ਸ਼ੇਮ ਐਂਡ ਫੇਅਰ, ਡਰ ਇਸ ਗੱਲ ਦਾ ਕਿ ਜੇ ਇਸ ਬਾਰੇ ਕਿਸੇ ਨੂੰ ਦੱਸਿਆ ਜਾਂ ਮਾਪਿਆਂ ਨੂੰ ਦੱਸਿਆ ਤਾਂ ਸਜ਼ਾ ਮਿਲੇਗੀ। ਪਰ ਇੱਕ ਦਿਨ ਇਹ ਜਾਣਿਆ ਕਿ ਉਹ ਇਕੱਲੀ ਨਹੀਂ। 22 ਸਾਲ ਦੀ ਉਮਰ ਵਿੱਚ ਇਹ ਸਾਹਮਣੇ ਆਇਆ ਕਿ ਇਹ ਸਭ ਕੁਝ ਉਸ ਦੀਆਂ ਭੈਣਾਂ ਨਾਲ ਵੀ ਵਾਪਰਿਆ ਹੈ। ਮੈਂ ਤੇ ਮੇਰੀਆਂ ਭੈਣਾਂ ਅਸੀਂ 1973 ਅਪ੍ਰੈਲ 'ਚ ਆਈਆਂ ਸੀਗੀਆਂ। ਉਹ ਸਾਡੇ ਮੰਮੀ ਡੈਡੀ ਹੁਣੀ ਮੰਗਾਇਆ ਸੀਗਾ 1980 ਦੇ ਵਿੱਚ, ਅਤੇ ਉਹ ਜਦੋਂ ਆਇਆ ਬਸ 2 ਮਹੀਨੇ ਬਾਅਦ ਸ਼ੁਰੂ ਹੋ ਗਿਆ। ਮੇਰੇ ਮੰਮੀ ਡੈਡੀ ਮੇਰੀਆਂ ਭੈਣ ਨੂੰ ਲੈ ਕੇ ਇੰਡੀਆ ਗਏ ਸੀਗੇ, ਸੋ ਮੇਰਾ ਚਾਚਾ ਚਾਚੀ ਸੀਗੇ ਮੇਰੇ ਨਾਲ ਅਤੇ ਕੇਅਰ ਕਰਨ ਵਾਲੇ, ਅਤੇ ਐਨੀਵੇਜ਼ ਉਹ ਨਾਲ ਰਹਿੰਦਾ ਸੀਗਾ। ਸੋ ਮੈਂ ਉਦੋਂ 11 ਸਾਲ ਦੀ ਸੀਗੀ ਐਂਡ 1988 ਅਕਤੂਬਰ। ਜਦੋਂ ਉਹ ਅਗਸਤ 1980 'ਚ ਆਇਆ ਸੀਗਾ ਅਤੇ ਸਾਡੇ ਡੈਡੀ ਨੇ ਸਾਨੂੰ ਬਿਠਾ ਕੇ ਕਿਹਾ ਸੀ ਇਹ ਤੁਹਾਡਾ ਭਰਾ ਆ, ਤੁਸੀਂ ਇਹਦੀ ਇੱਜ਼ਤ ਕਰਨੀ ਆ, ਤੁਸੀਂ ਇਹਨੂੰ ਨਾ ਨਹੀਂ ਕਹਿ ਸਕਦੀਆਂ, ਇਹਦੀ ਰਿਸਪੈਕਟ ਕਰੋ। ਸੋ ਉਹ ਮੇਰੇ ਤੋਂ ਆਲਮੋਸਟ 10 ਕੁ ਸਾਲ ਵੱਡਾ ਆ, 9-10 ਸਾਲ। ਸੋ ਅਸੀਂ ਉਹਨੂੰ ਬਹੁਤ ਰਿਸਪੈਕਟ ਦਿੱਤੀ, ਉਹਦੇ ਰੱਖੜੀਆਂ ਵੀ ਬੰਨੀਆਂ। ਸੋ ਬਟ ਫਿਰ ਜੇ ਕਿਸੇ ਨੇ ਤੁਹਾਡਾ ਨਾਜਾਇਜ਼ ਫਾਇਦਾ ਉਠਾਉਣਾ, ਉਹ 'ਚ ਹੁਣ ਕੋਈ ਕੁਛ ਕਰ ਨਹੀਂ ਸਕਦਾ, ਰਾਈਟ। ਪਹਿਲਾਂ ਤਾਂ ਮੈਂ ਤੇ ਮੇਰੀਆਂ ਭੈਣਾਂ ਨੇ ਕੁਛ ਦੇਖਿਆ, ਵਿਟਨੈਸ ਕੀਤਾ ਵੀ ਜਿੱਥੋਂ ਸਾਨੂੰ ਲੱਗਿਆ ਵੀ ਇਹ ਹੱਲੇ ਵੀ ਸਾਡਾ ਕਜ਼ਨ ਕਿਸੇ ਹੋਰ ਨਾ ਉਹ ਹੋਰੇਬਲ ਹੈ ਨਾ, ਬੁਰੇ ਕੰਮ ਕਰ ਰਿਹਾ ਆ ਜਿਹੜੇ ਉਹਨੇ ਸਾਨੂੰ ਕੀਤੇ ਸੀ ਛੋਟੇ ਹੁੰਦਿਆਂ ਨਾਲ। ਸੋ ਫਿਰ ਜਦੋਂ ਉਹ ਪਤਾ ਲੱਗਾ, ਫਿਰ ਮਜਬੂਰਨ ਅੰਦਰੋਂ ਹੀ ਸ਼ਕਤੀ ਉੱਠੀ ਵੀ ਅਸੀਂ ਦੱਸੀਏ, ਗੱਲ ਬਾਹਰ ਕੱਢੀਏ ਵੀ ਉਹਨੂੰ ਕਿਵੇਂ ਸਟਾਪ ਕੀਤਾ ਜਾਵੇ, ਹੋਰ ਕੋਈ ਕੁੜੀਆਂ ਨਾ ਹਾਰਮ ਹੋਣ। ਸੋ ਉਹਨਾਂ ਨੂੰ ਪ੍ਰੋਟੈਕਟ ਕਰਨ ਲਈ ਮੈਂ ਤੇ ਮੇਰੀਆਂ ਭੈਣਾਂ ਨੇ ਅਸੀਂ ਆਪਣੀ ਆਵਾਜ਼ ਉਠਾਈ ਅਤੇ ਸਟੋਰੀ ਸਾਰੀ ਦੱਸੀ। ਔਖਾ ਤਾਂ ਬਹੁਤ ਔਖਾ ਸੀ, ਪਰ ਅੰਦਰੋਂ ਸ਼ਕਤੀ ਆਉਂਦੀ ਆ ਜਦੋਂ ਤੁਹਾਨੂੰ ਪਤਾ ਆ ਤੁਸੀਂ ਸਹੀ ਕਰ ਰਹੇ ਆ, ਰਾਈਟ। ਜਿਹੜੀ ਗੱਲ ਤੁਹਾਨੂੰ ਜਿਹੜਾ ਤੁਹਾਡਾ ਬਿਹਾਨਕ ਸਾਰਾ ਜੋ ਕੁਛ ਹੋਇਆ ਉਹ ਦੱਸੋ ਤਾਂ ਕਿ ਹੋਰ ਕਿਸੇ ਨਾਲ ਨਾ ਹੋਵੇ। ਸੋ ਉਹ ਸ਼ਕਤੀ ਭਾਵੇਂ ਤੁਸੀਂ ਡਰਦੇ ਵੀ ਆ, ਅੰਦਰੋਂ ਹੀ ਆਉਂਦੀ ਆ ਅਤੇ ਤੁਹਾਡੀ ਡਿਊਟੀ ਹੁੰਦੀ ਆ। ਸੋ ਅਸੀਂ ਫਿਰ ਡਿਊਟੀ ਆਪਣੀ ਨਿਭਾਈ, ਜੋ ਵੀ ਕੌਨਸੀਕੁਐਂਸ ਨਿਕਲਣੇ ਸੀਗੇ
ਉਸ ਤੋਂ ਬਾਅਦ 'ਚ ਚਾਹੇ ਸਾਡੇ ਮੰਮੀ ਡੈਡੀ ਬੋਲਦੇ, ਚਾਹੇ ਜੇ ਮੇਰਾ ਪ੍ਰਾਹੁਣਾ ਮੇਰੀ ਲਾਈਫ 'ਚ ਮੇਰੇ 'ਚ ਰਹਿੰਦਾ ਜਾਂ ਨਹੀਂ, ਚਾਹੇ ਮੇਰਾ ਘਰ ਜਾਂਦਾ, ਮੇਰੀ ਲੜਕੀ ਜਾਂਦੀ, ਰਾਈਟ। ਸੋ ਇਹ ਸਾਰੇ ਤੁਹਾਨੂੰ ਰੈਕਗਨਾਈਜ਼ ਕਰਨੇ ਪੈਂਦੇ ਆ ਕੌਨਸੀਕੁਐਂਸ, ਪਰ ਆਲਸੋ ਜਿਹੜੀ ਅੰਦਰੋਂ ਤੁਹਾਡਾ ਸੱਚ ਆ ਉਹ ਤੁਹਾਨੂੰ ਜ਼ਰੂਰੀ ਬੋਲਣਾ ਪੈਂਦਾ ਆ। ਬਹੁਤ ਵਾਰ ਮਨ ਬਣਾਇਆ ਕਿ ਸਭ ਕੁਝ ਮਾਪਿਆਂ ਨੂੰ ਦੱਸੇ, ਪਰ ਸ਼ਾਇਦ Someone my ਹਿੰਮਤ ਨਹੀਂ parents ਜੁਟਾ ਪਾਈ। trusted. ਪਰ ਜਦੋਂ ਹਿੰਮਤ I ਜੁਟਾ decided ਕੇ to come out ਮਾਪਿਆਂ ਨੂੰ because- ਦੱਸਿਆ ਤਾਂ ਉਹਨਾਂ ਦੇ ਵਰਤਾਰੇ ਨੇ ਇਹਨਾਂ ਭੈਣਾਂ ਨੂੰ ਨਿਰਾਸ਼ ਕੀਤਾ। ਪਹਿਲਾਂ ਤਾਂ ਕਹਿੰਦੇ ਸੀ ਹਾਂਜੀ ਪੰਚਾਇਤ ਬਿਠਾਵਾਂਗੇ, ਉਹਨੂੰ ਬਹਿ ਕੇ ਗੱਲ ਕਰਾਂਗੇ, ਪਰ ਉਸ ਤੋਂ ਬਾਅਦ 'ਚ ਪੇਰੈਂਟਸ ਹੁਣੀ ਕੁਛ ਨਹੀਂ ਕੀਤਾ, ਨਾ ਪੰਚਾਇਤ ਬਿਠਾਈ। ਉਲਟਾ ਫਿਰ ਮੰਮੀ ਡੈਡੀ ਵੀ ਫੀਲ ਕਰਨ ਲੱਗ ਪਏ, ਸਿਰ ਸੱਟ ਕੇ ਬਹਿ ਗਏ ਸਾਡੀ ਕੁੜੀਆਂ 'ਚ ਨੁਕਸਿਆ। ਉਹ ਜਿਹੜੇ ਰਿਸ਼ਤੇਦਾਰ ਆ ਉਹ ਤਾਂ ਉਂਗਲੀਆਂ ਕੱਢਦੇ ਹੀ ਸੀ ਸਾਡੇ ਵੱਲ ਨੂੰ ਭਈ ਇਹਨਾਂ 'ਤੇ ਹੀ ਬਲੇਮ ਦਈਏ, ਇਹਨਾਂ 'ਤੇ ਹੀ ਦੋਸ਼ ਦਈਏ ਭਈ ਗੱਲ ਠੱਪ ਹੋ ਜਾਵੇ। ਸੋ ਮੰਮੀ ਡੈਡੀ ਵੀ ਇਹੀ ਮੰਗਦੇ ਸੀ ਗੱਲ ਇੱਥੇ ਰਹਿ ਜਾਵੇ, ਗੱਲ ਠੱਪ ਹੋ ਜਾਵੇ, ਭਈ ਇੱਦਾਂ ਹੀ ਲਾਈਫ ਆਪਣੀ ਗਾਹਾਂ ਨਿਗਾਈ ਜਾਣ। ਪਰ ਸਾਨੂੰ ਪਤਾ ਸੀ ਵੀ ਕੀ ਸਹੀ ਆ, ਅਸੀਂ ਸਹੀ ਆ, ਅਸੀਂ ਕੋਈ ਗਲਤ ਕੰਮ ਨਹੀਂ ਕੀਤਾ। ਸੋ ਫਿਰ ਅਸੀਂ ਫਿਰ ਪੁਲਿਸ ਨੂੰ ਪਹੁੰਚ ਕੀਤੀ, ਜਦੋਂ ਸਾਡੇ ਮੰਮੀ ਡੈਡੀ ਨੇ ਨਹੀਂ ਕੁਛ ਵੀ ਕੀਤਾ, ਨਾ ਰਿਸ਼ਤੇਦਾਰਾਂ ਨੇ ਕੀਤਾ। ਪੁੰਨੀ ਨੇ 1980 ਵਿੱਚ ਪਹਿਲੀ ਵਾਰ ਸੈਕਸ਼ੂਅਲ ਅਬਿਊਜ਼ ਦਾ ਸਾਹਮਣਾ ਕੀਤਾ ਸੀ, ਪਰ ਜਦੋਂ ਘਰਦਿਆਂ ਦਾ ਸਾਥ ਨਾ ਮਿਲਿਆ ਤਾਂ ਇੱਕ ਦੋਸਤ ਬਲਜੀਤ ਸੰਗਰਾ ਦੀ ਮਦਦ ਨਾਲ ਇੱਕ ਡਾਕੂਮੈਂਟਰੀ ਰਾਹੀਂ ਆਪਣੀ ਆਪ ਬੀਤੀ ਲੋਕਾਂ ਤੱਕ ਪਹੁੰਚਾਈ। I got involved in the documentary because one of the sisters in the film, she's my friend. One menu dasya this story about 10 years ago. I did a documentary, Warrior Boys, and she came to watch it. Nale one menu kya, you should do a documentary on this subject, sexual abuse, because it's a important topic in our community. Nale asi kadi topic kadi discuss nahi karde, but it's very common. So we just sort of thought about it. Around that time, her and her sisters went to the police and they told her parents. So filed several years, they just sat there. Jad, it finally got picked up by an inspector in Williams Lake, and they investigated it. It went to pre-trial. Otobad Supreme Court. So between pre-trial and Supreme Courts, this would be a good documentary, because to get to Supreme Court, sexual abuse case both it's very difficult. Maybe 1% make it. So sanu pata si right then and there koi story hai that would have a big impact. ਇਹਨਾਂ ਭੈਣਾਂ ਨੇ ਕੋਰਟ ਤੱਕ ਵੀ ਪਹੁੰਚ ਕੀਤੀ, ਪਰ ਨਿਰਾਸ਼ਾ ਹੀ ਹੱਥ ਲੱਗੀ। ਕੋਰਟ ਦੇ ਵਿੱਚ ਉਹਨੂੰ 8 ਸਾਲ ਹੋ ਗਏ, ਪਰ ਇਹ ਅਸੀਂ ਜਿਹੜੀ ਸ਼ੁਰੂਆਤ ਕੀਤੀ ਪੁਲਿਸ ਨੂੰ ਗਏ ਆ ਉਹ 12 ਸਾਲ ਹੋ ਗਏ 2006 'ਚ। 2011 'ਚ ਉੱਤੇ ਚਾਰਜ ਲੱਗੇ, 2013 'ਚ ਪ੍ਰੀਲਿਮਿਨਰੀ ਹੋਈ, ਉਸ ਤੋਂ ਬਾਅਦ ਸੁਪਰੀਮ ਕੋਰਟ 'ਚ ਮਸਲਾ ਗਿਆ 2015 'ਚ। 2015 ਤੋਂ ਹੁਣ ਤਾਈਂ ਦੇਖ ਲਓ ਕਿੰਨੇ ਸਾਲ ਹੋ ਗਏ। ਤੇ ਹੁਣ ਜਿਹੜਾ ਆਹ ਜੱਜ ਨੇ ਡਿਸੀਜਨ ਜੂਨ 10 ਨੂੰ ਦਿੱਤਾ, ਬਹੁਤ ਮਾੜਾ ਦਿੱਤਾ ਕਰਕੇ ਉਹਨੂੰ 2018 'ਚ ਅਪ੍ਰੈਲ 'ਚ ਉਹਨੂੰ ਗਿਲਟੀ ਦਾ ਚਾਰਜ ਕਰਾਰ ਦਿੱਤਾ ਪਈ, ਉਹ ਗਿਲਟੀ ਆ 4 ਆਊਟ ਆਫ 6 ਚਾਰਜਸ ਲਈ। ਤੇ ਫਿਰ ਉਹਨੇ ਅਪਲਾਈ ਕਰਤਾ ਜੀ ਇਹ ਡਿਲੇ ਬਹੁਤ ਹੋਈ ਆ ਕੇਸ ਲਈ, ਤੇ ਡਿਲੇ ਉਹ ਆਪ ਸਾਰੀ ਮੰਗੀ ਗਿਆ ਵੀ ਮੈਨੂੰ ਹੋਰ ਟਾਈਮ ਚਾਹੀਦਾ, ਹੋਰ ਐਡਜਰਨਮੈਂਟ ਚਾਹੀਦਾ, ਹੁਣ ਮੈਨੂੰ ਆਹ ਚਾਹੀਦਾ। ਜੱਜ ਉਹਨੂੰ ਐਡਜਰਨਮੈਂਟ ਦੇ ਗਿਆ, ਤੇ ਹੁਣ ਮੁੜ ਕੇ ਉਹਨੇ ਹੀ ਫਾਇਦੇ ਲਏ ਡਿਲੇ ਕਰਨ ਦੇ, ਤੇ ਉਲਟਾ ਕਹਿੰਦਾ ਜੀ ਮੇਰਾ ਚਾਰਟਰ ਆਫ ਰਾਈਟਸ ਵਾਇਓਲੇਟ ਹੋਇਆ, ਤੇ ਹੁਣ ਇਹ ਮਾਮਲਾ ਇੱਥੇ ਖਤਮ ਹੋ ਜਾਵੇ। ਤੇ ਜੱਜ ਨੇ ਜੂਨ 10 ਨੂੰ ਵੈਰੀ ਡਿਸਅਪੋਇੰਟਿੰਗ ਡਿਸੀਜਨ ਦਿੱਤਾ ਵੀ ਇੱਥੇ ਹੀ ਕੇਸ ਖਤਮ ਹੋ ਜਾਵੇ। ਫਿਰ ਉਹਨੂੰ ਸੈਂਟੈਂਸਿੰਗ ਨਹੀਂ ਮਿਲਣੀ, ਉਹ ਕੋਈ ਕ੍ਰਿਮੀਨਲ ਰੈਕਡ ਨਹੀਂ, ਉਹਦੇ ਤੇ ਹੁਣ ਸਾਰੇ ਚਾਰਜ ਡ੍ਰੌਪ ਕਰਤੇ ਆ, ਨਾ ਹੀ ਉਹਨੇ ਸੈਕਸ ਅਫੈਂਡਰ ਰਜਿਸਟਰੀ ਤੇ ਉਹਦਾ ਨਾਂ ਕਿਵੇਂ ਦਾਖਲ ਕਰਨਾ ਪੈਣਾ, ਬਟ ਉੱਦਾਂ ਉਹ ਗਿਲਟੀ ਆ। ਸੋ ਇਹ ਕਾਨੂੰਨ ਦੀ ਸਾਨੂੰ ਤਾਂ ਇਹ ਸਮਝ ਨਹੀਂ ਆਉਂਦੀ, ਤੇ ਆਮ ਕੈਨੇਡੀਅਨਸ ਨੂੰ ਵੀ ਨਹੀਂ ਆਉਂਦੀ ਪਈ ਗਿਲਟੀ ਕਰਾਰ ਬੰਦਾ ਕਿੱਦਾਂ ਸਾਰੇ ਕੁਛ ਤੋਂ ਫੇ ਵੀ ਫਰੀ ਬਚ ਸਕਦਾ ਆ। ਜਦੋਂ ਵੀ ਅਸੀਂ ਤਿਆਰ ਹੁੰਦੀਆਂ ਸੀ ਕੋਰਟ ਲਈ, ਜਾਂਦੀਆਂ ਵੀ ਸੀ ਵਿਲੀਅਮਸ ਲੇਕ, ਆਪਣੇ ਇੱਥੋਂ ਘਰ ਛੱਡ ਕੇ ਸਰੀ 'ਚੋਂ, ਉਹ ਬਿਮਾਰ ਹੋ ਜਾਂਦਾ ਸੀ ਜਾਂ ਉਹ ਹੋਰ ਟਾਈਮ ਮੰਗਦਾ ਸੀ ਜਿਹੜੀ ਵੀ ਚੀਜ਼ ਲਈ।
ਸਾਨੂੰ ਮੌਕਾ ਨਹੀਂ ਸੀ ਮਿਲਦਾ ਆਪਣੀ ਗਵਾਹੀ ਦੇਣ ਦਾ। ਸੋ ਫਿਰ ਅਸੀਂ ਆਪਣੀਆਂ ਸਟੇਟਮੈਂਟਾਂ ਪੜ੍ਹੀਆਂ ਹੁੰਦੀਆਂ ਆ। ਜੋ ਤੁਸੀਂ ਸਟੇਟਮੈਂਟ ਪੜ੍ਹਦੇ ਆ, ਜੋ ਤੁਹਾਡੇ ਟਰਾਮਾ, ਤੁਹਾਡੇ 'ਤੇ ਹਾਦਸਾ ਬੀਤਿਆ ਆ, ਉਹ ਤੁਹਾਡੀ ਦਿਮਾਗ ਦੇ ਵਿੱਚ, ਤੁਹਾਡੀ ਬੋਡੀ ਦੇ ਵਿੱਚ ਫਿਰ ਤੋਂ ਤੁਸੀਂ ਰੀਲਿਵ ਕਰਦੇ ਆ। ਸੋ ਅਸੀਂ ਇੱਕ ਵਾਰੀ ਨਹੀਂ, ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿੰਨੀ ਵਾਰੀ ਸਾਨੂੰ ਸਟੇਟਮੈਂਟਾਂ ਆਪਣੀਆਂ ਪੜ੍ਹਨੀਆਂ ਪਈਆਂ ਵੀ ਹੁਣ ਸਾਡੀ ਗਵਾਹੀ ਦੀ ਵਾਰੀ ਆਈ, ਉਹ ਹੁਣ ਆਈ, ਇਸ ਸਾਲ ਆਈ, 6 ਮਹੀਨੇ ਬਾਅਦ ਆਈ। ਬਟ ਇਹ ਬਹੁਤ ਔਖੀ ਜਰਨੀ ਆ। ਇਹ ਸਾਡੇ ਲਈ ਜ਼ਰੂਰੀ ਜਰਨੀ ਸੀਗੀ। ਬਟ ਐਂਡ 'ਤੇ ਤੁਹਾਡੇ ਸਰੀਰ 'ਤੇ, ਤੁਹਾਡੀ ਹੈਲਥ, ਤੁਹਾਡੀ ਇਮੋਸ਼ਨਲ, ਤੁਹਾਡੀ ਫੈਮਿਲੀ 'ਤੇ, ਤੁਹਾਡੇ ਫਾਈਨੈਂਸ਼ੀਅਲ, ਰਾਈਟ, ਫਾਈਨੈਂਸ਼ਲੀ ਸਾਡੇ 'ਤੇ ਇਹ ਬਹੁਤ ਔਖਾ ਆ। ਸੈਕਸ਼ੂਅਲ ਅਬਿਊਜ਼ ਦੀ ਕਹਾਣੀ ਕਿਸੇ ਇੱਕ ਦੀ ਨਹੀਂ ਹੈ। ਡਾਟਾ ਵੇਖੀਏ ਤਾਂ ਹਰ ਇੱਕ ਮਿੰਟ ਵਿੱਚ ਦੁਨੀਆ ਵਿੱਚ ਕੋਈ ਨਾ ਕੋਈ ਇਸ ਦਾ ਸ਼ਿਕਾਰ ਹੁੰਦਾ ਹੈ ਤੇ ਬਹੁਤੀ ਵਾਰ ਸੈਕਸ਼ੂਅਲ ਅਬਿਊਜ਼ ਕਰਨ ਵਾਲਾ ਕੋਈ ਆਪਣਾ ਹੀ ਹੁੰਦਾ ਹੈ। ਪਰ ਇਹ ਗੁਨਾਹ ਵਿੱਚ ਵਾਧਾ ਉਦੋਂ ਹੁੰਦਾ ਹੈ ਜਦੋਂ ਇਸ ਦਾ ਪੀੜਿਤ ਆਪਣੀ ਆਵਾਜ਼ ਦਬਾ ਕੇ ਦੁਨੀਆ ਦੇ ਡਰ ਤੋਂ ਚੁੱਪ ਕਰ ਜਾਂਦਾ ਹੈ। ਜੀਤੀ ਪੁੰਨੀ 11 ਸਾਲ ਦੀ ਉਮਰ ਵਿੱਚ ਸੈਕਸ਼ੂਅਲ ਅਸੌਲਟ ਦਾ ਸ਼ਿਕਾਰ ਹੋਈ ਤੇ ਇਹ ਸਿਲਸਿਲਾ ਕਈ ਸਾਲਾਂ ਤੱਕ ਚੱਲਦਾ ਰਿਹਾ। ਪਰ ਉਸ ਦੇ ਪਰਿਵਾਰ ਵਿੱਚ ਉਹ ਇਕੱਲੀ ਨਹੀਂ ਸੀ ਜੋ ਇਸ ਦਾ ਸ਼ਿਕਾਰ ਹੋਈ। ਉਸ ਦੇ ਕਜ਼ਨ ਵੱਲੋਂ ਉਸ ਦੀਆਂ ਭੈਣਾਂ ਨੂੰ ਵੀ ਇਸ ਦਾ ਸ਼ਿਕਾਰ ਬਣਾਇਆ ਗਿਆ ਤੇ ਉਸ ਤੋਂ ਬਾਅਦ ਰਿਸ਼ਤੇਦਾਰਾਂ ਵਿੱਚ ਹੋਰ ਕੁੜੀਆਂ ਨੂੰ ਵੀ, ਜਿਸ ਨੂੰ ਦੇਖ ਕੇ ਜੀਤੀ ਪੁੰਨੀ ਨੇ ਹਿੰਮਤ ਜੁਟਾਈ ਤੇ ਇਹ ਗੱਲ ਦੁਨੀਆ ਦੇ ਸਾਹਮਣੇ ਲਿਆਂਦੀ। ਉਸੇ ਵੇਲੇ ਮੀ ਟੂ ਮੂਵਮੈਂਟ ਨੇ ਵੀ ਉਸ ਦਾ ਸਾਥ ਦਿੱਤਾ। ਸਾਲਾਂ ਤੱਕ ਚੁੱਪ ਰਹਿ ਕੇ ਜ਼ੁਲਮ ਸਹਿਣ ਤੋਂ ਬਾਅਦ ਇਹਨਾਂ ਭੈਣਾਂ ਨੇ ਆਪਣੀ ਆਵਾਜ਼ ਚੁੱਕਣ ਦੀ ਹਿੰਮਤ ਜੁਟਾਈ ਤੇ ਉਸ ਵੇਲੇ ਫਿਲਮ ਰਾਹੀਂ ਆਪਣੀ ਆਪ ਬੀਤੀ ਦੁਨੀਆ ਤੱਕ ਪਹੁੰਚਾਈ। ਉਦੋਂ ਮੀ ਟੂ ਮੂਵਮੈਂਟ ਨੇ ਵੀ ਜ਼ੋਰ ਫੜਿਆ ਸੀ। ਅਕਤੂਬਰ 2017 ਤੋਂ ਸੋਸ਼ਲ ਮੀਡੀਆ ਰਾਹੀਂ ਸੈਕਸ਼ੂਅਲ ਅਸੌਲਟ, ਹਰਾਸਮੈਂਟ ਤੇ ਅਬਿਊਜ਼ ਐਲੀਗੇਸ਼ਨਸ ਦੇ ਕਈ ਪੀੜਤ ਸਾਹਮਣੇ ਆਏ ਤੇ ਇਸ ਮੂਵਮੈਂਟ ਰਾਹੀਂ ਇਹਨਾਂ ਪੀੜਤ ਭੈਣਾਂ ਦੀ ਵੀ ਮਦਦ ਹੋਈ। We were still filming jad Me Too movement, both momentum, see. And there were reports in the paper, everything. So her father, the parents knew when we pata lagya, a bahut common cheez hai, koi sharm nahi about this subject. It's impacted so many people. So on the personal level, badi impactful see, and all globally, we were at the forefront as a court sige for sexual abuse case. And like I said, a both rare occasion, like 1 or 2% make it to Supreme Court. So our Jada case is going to help other cases. So I see just like at the forefront, so yeah, I think in the movement, like, and now we have the film. And when timing fair, but it's still Time's Up, Me Too, hale bhi both momentum. So jada si show kar de movie, we get a lot of attention, a lot of discussion. Nale a lot of people are sharing their own stories. So the more we show the movie, the more we talk about it. Jada stigma hai gaya on sexual abuse, we're taking away that. The more we talk about it, the easier it is to talk about it. That ek gal bahut badi cheez hai. ਮੀ ਟੂ ਮੂਵਮੈਂਟ ਜਾਂ ਜਿਹੜਾ ਮਰਜੀ ਹੋਰ ਵੀ ਮੂਵਮੈਂਟ ਆਵਾਜ਼ ਉਠਾਉਂਦਾ ਆ, ਜਿਹੜੇ ਸਰਵਾਈਵਰਸ ਆ ਜਿਨ੍ਹਾਂ ਨੇ ਇੱਦਾਂ ਦੇ ਕੰਮ, ਰੇਪ ਦੇ ਕ੍ਰਾਈਮਸ ਹੋਏ ਆ, ਉਹ ਆਬਵੀਅਸਲੀ ਉਹ ਗੋਡਿਆ ਹਰੇਕ ਕਦਮ ਜੋ ਵੀ ਕੋਈ ਚੱਕਦਾ ਆ, it's a good thing, right? So Me Too, hanji, it's a good for us, right? But like ਅਸੀਂ 2006 ਚ ਉਦੋਂ ਕੋਈ ਇੱਦਾਂ ਦਾ ਮੂਵਮੈਂਟ ਹੈ ਨਹੀਂ ਗਾ ਸੀ, ਹਨਾ? So ਹੁਣ this Me Too is about 2 years ago. So ਫਿਲਮ ਸਾਡੀ ਹੁਣ ਆਈ ਆ, ਸੋ ਨਾਲੇ ਨਾਲ ਸਾਰਾ ਕੁਝ ਚੱਲਦਾ ਆ ਤੇ ਸਾਰੀ ਸੋਸਾਇਟੀ, ਸਾਰਾ ਜਿੱਦਾਂ ਕਹਿੰਦੇ ਹਿਊਮੈਨਿਟੀ, ਰਾਈਟ, ਆਲ ਓਵਰ ਦ ਵਰਲਡ ਉੱਪਰ ਨੂੰ ਵੱਧਦੀ ਆ। ਮੀ ਟੂ ਮੂਵਮੈਂਟ ਹੋਵੇ ਜਾਂ ਫਿਰ ਇਹਨਾਂ ਭੈਣਾਂ ਦੀ ਦਰਦ ਭਰੀ ਆਪ ਬੀਤੀ, ਸੁਨੇਹਾ ਇੱਕੋ ਹੀ ਹੈ, ਲੋੜ ਹੈ ਆਪਣੀ ਸੋਚ ਨੂੰ ਬਦਲਣ ਦੀ ਤੇ ਵਿਕਟਿਮਸ ਦੀ ਸਪੋਰਟ ਦੀ।
ਜੀਤੀ ਪੁੰਨੀ ਦੀ ਇਸ ਆਪ ਬੀਤੀ ਨੇ ਅੱਗੇ ਕੀ ਮੋੜ ਲਿਆ, ਇਸੇ ਸੰਬੰਧੀ ਗੱਲਬਾਤ ਕਰਾਂਗੇ ਜੀਤੀ ਪੁੰਨੀ ਦੇ ਨਾਲ, ਜੋ ਇਸ ਵੇਲੇ ਵੈਂਕੂਵਰ ਵਿੱਚ ਨੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਹੈਡਲਾਈਨ ਕੈਨੇਡਾ ਦੇ ਵਿੱਚ ਤੁਹਾਡਾ ਸਵਾਗਤ ਹੈ। ਬ੍ਰੇਕ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਬਿਕਾਜ਼ ਵੀ ਆਰ ਗਰਲਸ ਡਾਕੂਮੈਂਟਰੀ ਫਿਲਮ ਦੀ, ਜੋ ਆਪ ਬੀਤੀ ਹੈ ਜੀਤੀ ਪੁੰਨੀ ਦੀ। ਇਸੇ ਸੰਬੰਧੀ ਜ਼ਿਆਦਾ ਗੱਲਬਾਤ ਲਈ ਸਾਡੇ ਨਾਲ ਵੈਂਕੂਵਰ ਤੋਂ ਮੌਜੂਦ ਨੇ ਜੀਤੀ ਪੁੰਨੀ। ਸਤਿ ਸ਼੍ਰੀ ਅਕਾਲ ਜੀਤੀ ਜੀ, ਸਵਾਗਤ ਹੈ ਤੁਹਾਡੀ ਸਾਡੀ ਇਸ ਖਾਸ ਪੇਸ਼ਕਸ਼ ਦੇ ਵਿੱਚ। ਸਭ ਤੋਂ ਪਹਿਲਾਂ ਦਾਦ ਦੇਣਾ ਚਾਹਾਂਗੇ, ਜੋ ਤੁਸੀਂ ਹਿੰਮਤ ਜੁਟਾਈ ਹੈ ਤੇ ਆਪਣਾ ਇਹ ਪੂਰਾ ਕੇਸ ਤੁਸੀਂ ਦੁਨੀਆ ਦੇ ਸਾਹਮਣੇ ਲੈ ਕੇ ਆਏ ਹੋ, ਕਿਸੇ ਦਾ ਸਾਥ ਨਾ ਹੁੰਦੇ ਹੋਏ ਵੀ ਤੁਸੀਂ ਕੋਰਟ ਤੱਕ ਪਹੁੰਚ ਬਣਾਈ। ਪਰ ਤੁਹਾਡੇ ਤੋਂ ਜਾਣਨਾ ਚਾਹਾਂਗੇ, ਜ਼ਿਆਦਾਤਰ ਅਸੀਂ ਦੇਖਿਆ ਕਿ ਸਾਊਥ ਏਸ਼ੀਅਨ ਫੈਮਲੀਜ਼ ਵਿੱਚ ਜਾਂ ਫਿਰ ਇੰਡੀਅਨ ਫੈਮਲੀਜ਼ ਦੀ ਗੱਲ ਕਰੀਏ ਤਾਂ ਹਮੇਸ਼ਾ ਇੱਕ ਗੈਪ ਰਿਹਾ ਕਿ ਬੱਚੇ ਜਾਂ ਤਾਂ ਆਪਣੀ ਪ੍ਰੋਬਲਮ ਬਾਰੇ ਦੱਸਦੇ ਨਹੀਂ, ਜਾਂ ਦੱਸਦੇ ਵੀ ਨੇ ਤਾਂ ਪੇਰੈਂਟਸ ਉਹਨਾਂ ਦਾ ਸਾਥ ਨਹੀਂ ਦਿੰਦੇ, ਜਿਸ ਤਰ੍ਹਾਂ ਤੁਹਾਡੇ ਨਾਲ ਵੀ ਹੋਇਆ। ਤੁਸੀਂ ਕੀ ਕਹਿਣਾ ਚਾਹੋਗੇ? ਇਹ ਹੁਣ ਮਾਂ ਪਿਓ ਤਾਂ ਉਹੀ ਕਰ ਸਕਦੇ ਆ ਜੋ ਉਹਨਾਂ ਨੂੰ ਸਿਖਾਇਆ ਗਿਆ। ਜੇ ਉਹਨਾਂ ਨੂੰ ਸਿਖਾਇਆ ਗਿਆ ਮੂੰਹ ਬੰਦ ਰੱਖੋ, ਗੱਲ ਆਪਣੇ ਘਰ 'ਚ ਰੱਖੋ, ਉੱਦਾਂ ਸਮਾਈਲ ਕਰੀ ਜਾਓ, ਸਾਰਾ ਕੁਝ ਠੀਕ ਠਾਕ ਆ, ਹੈ ਨਾ। ਬਟ ਉਹੀ ਸਾਤੋਂ ਚਾਹੁੰਦੇ ਆ, ਰਾਈਟ, ਅਤੇ ਉਹੀ ਸਾਨੂੰ ਸਿਖਾਉਂਦੇ ਆ। ਪਰ ਹੁਣ ਇੱਦਾਂ ਕੈਨੇਡਾ 'ਚ ਆ ਕੇ, ਇੱਥੇ ਦੇ ਕਲਚਰ 'ਚ ਰਹਿ ਕੇ, ਇੱਥੋਂ ਦੀ ਪੜ੍ਹਾਈ ਕਰਕੇ ਉਹ ਦਬਾਅ ਨਹੀਂ ਚੱਲਦੇ, ਹੈ ਨਾ। ਸੋ ਹੁਣ ਅਸੀਂ ਬਹੁਤ ਖੁਸ਼ ਨਸੀਬ ਹਾਂ ਸਾਨੂੰ ਕੈਨੇਡਾ ਮਿਲਿਆ। ਅਸੀਂ ਬਹੁਤ ਖੁਸ਼ ਨਸੀਬ ਹਾਂ ਵੀ ਅਸੀਂ ਆਪਣੀ ਲਾਈਫ ਦੇ ਵਿੱਚ ਇਹ ਆਪਣੇ ਅੰਦਰੋਂ ਜਿੱਦਾਂ ਟੌਕਸਿਨ ਕਹਿੰਦੇ ਆ, ਹੈ ਨਾ, ਇਹ ਜਿਹੜੇ ਹਾਦਸੇ ਆ ਆਪਣੀ ਬਾਡੀ 'ਚੋਂ ਅਸੀਂ ਰਿਲੀਜ਼ ਕਰ ਸਕੀਏ, ਤਾਂ ਕਿ ਗਾਹਾਂ ਮੇਰੀਆਂ ਲੜਕੀਆਂ ਨੂੰ, ਹੁਣ ਗਾਹਾਂ ਦੀਆਂ ਪੀੜ੍ਹੀਆਂ ਨੂੰ ਇਹ ਇੱਦਾਂ ਦੇ ਜੁਰਮ ਨਾ ਸਹਿਣੇ ਪੈਣ ਅਤੇ ਨਾ ਚੁੱਪ ਮੂੰਹ ਬੰਦ ਰੱਖ ਕੇ ਜੀਣਾ ਪਵੇ, ਵੀ ਆਪਣੀ ਆਵਾਜ਼ ਉਠਾ ਸਕਣ, ਆਪਣਾ ਗਾਹਾਂ ਲਾਈਫ ਬਣਾ ਸਕਣ। ਆਪਣੀਆਂ ਜਿਹੜੀਆਂ ਪਿਛਲੀਆਂ ਪੁਸਤੀਆਂ ਸੀ, ਉਨੀ ਤਾਂ ਜੋ ਉਹਨਾਂ ਨੂੰ ਸਹਿਣਾ ਪਿਆ ਉਨੀ ਸਹਿਆ, ਪਰ ਹੁਣ ਗਾਹਾਂ ਸਾਡੇ ਵਰਗੇ ਜਿਹੜੇ ਆਵਾਜ਼ ਉਠਾਉਂਦੇ ਆ, ਸਾਡੀਆਂ ਲੜਕੀਆਂ ਨੂੰ, ਆਪਣੇ ਗਾਹਾਂ ਮੁੰਡੇ ਆ ਜਾਂ ਕੁੜੀਆਂ ਆ, ਐਨ ਆਪਣੇ ਪੇਰੈਂਟਸ ਨਾਲ ਖੁੱਲ੍ਹ ਕੇ ਗੱਲ ਕਰ ਸਕਦੇ ਆ। ਹਾਂਜੀ, ਪੇਰੈਂਟਸ ਦੀ ਜ਼ਿੰਮੇਵਾਰੀ ਆ, ਹਾਂਜੀ ਪੇਰੈਂਟਸ ਸਿੱਖਣ। ਆ ਜਿਹੜਾ ਸਾਡੀ ਫੈਮਿਲੀ ਨਾਲ ਹੋਇਆ, ਇਹ ਘਰ ਘਰ ਦੀ ਕਹਾਣੀ ਆ, ਇਹ ਸਿਰਫ ਪੁੰਨੀ ਫੈਮਿਲੀ ਦੀ ਕਹਾਣੀ ਨਹੀਂ। ਸੋ ਮਾਂ ਪਿਓ ਦਾ ਫਰਜ਼ ਆ, ਬੈਠੋ ਆਪਣੇ ਨਿਆਣੇ ਨਾਲ, ਉਹ ਲਈ ਆਪਣਾ ਮਾਹੌਲ ਸੇਫ ਬਣਾਓ ਅਤੇ ਨਿਆਣਾ ਤੁਹਾਡੇ ਕੋਲ ਆ ਕੇ ਗੱਲ ਕਰ ਸਕੇ। ਆਪਣੇ ਨਿਆਣੇ ਨੂੰ ਕਹੋ, ਜੋ ਵੀ ਤੇਰੇ ਨਾਲ ਹੋਊਗਾ ਜਾਂ ਹੋਇਆ ਆ, ਮੈਂ ਤੈਨੂੰ ਆਲਵੇਜ਼ ਪਿਆਰ ਕਰੂੰਗਾ ਜਾਂ ਕਰੂੰਗੀ, ਅਤੇ ਤੁਸੀਂ ਸਾਕੋ ਆ ਕੇ ਬੈਠੋ ਤਾਂ ਦੱਸੋ ਅਤੇ ਸਾਨੂੰ ਟਰਸਟ ਕਰੋ, ਮੈਂ ਤੁਹਾਨੂੰ ਬਲੀਵ ਕਰੂੰਗੀ ਜਾਂ ਕਰੂੰਗਾ, ਰਾਈਟ। ਸੋ ਨਿਆਣੇ ਦੇ ਵਿੱਚ ਤੁਸੀਂ ਇੰਨੀ ਸ਼ਕਤੀ ਪਾਓ ਤਾਂ ਕਿ ਉਹ ਆ ਕੇ ਤੁਹਾਨੂੰ ਦੱਸ ਸਕਣ, ਨਾ ਕਿ ਡਰਾ ਕੇ, ਦਬਾ ਕੇ, ਕੁੱਟ ਕੇ, ਮਾਰ ਕੇ, ਜਿਵੇਂ ਸਾਨੂੰ ਸਾਡੇ ਡੈਡੀ ਨੇ ਰੱਖਿਆ ਸੀ, ਰਾਈਟ, ਵੀ ਅੱਖਾਂ ਨੀਵੀਆਂ ਕਰੋ, ਅੱਖਾਂ ਚੱਖਾ ਪਾ ਕੇ ਨਹੀਂ ਗੱਲ ਕਰ ਸਕਦੀਆਂ ਤੁਸੀਂ ਮੇਰੇ ਨਾਲ। ਸੋ ਇੱਦਾਂ ਦੇ ਜਿਹੜੇ ਹੈ ਨਾ ਧਮਕਾਉਣਾ ਹੁੰਦਾ ਨਿਆਣੇ ਨੂੰ, ਮੈਂ ਤੇਰਾ ਗਲ ਵੱਢ ਦੇਣਾ, ਮੈਂ ਤੈਨੂੰ ਚੱਕ ਕੇ ਪਰਾਂ ਮਾਰਨਾ, ਰਾਈਟ, ਇਹ ਨਹੀਂ ਹੈਲਪ ਕਰਦੇ। ਸੋ ਇੱਦਾਂ ਦੀ ਬੋਲੀ ਬੰਦ ਕਰੋ, ਆਪਣੇ ਨਿਆਣੇ ਨੂੰ ਜੱਫੀ ਪਾਓ ਅਤੇ ਉਹਨੂੰ ਬਿਠਾ ਕੇ ਦੱਸੋ ਵੀ ਮੈਂ ਸਦਾ ਤੇ ਲਈ ਹਮੇਸ਼ਾ ਇੱਥੇ ਹੈਗਾ ਆ ਅਤੇ ਤੇਰਾ ਸਾਥ ਦਊਂਗਾ, ਨੋ ਮੈਟਰ ਵਾਟ। ਤੁਸੀਂ ਜਦੋਂ ਇਸ ਫਿਲਮ ਰਾਹੀਂ ਆਪਣੀ ਗੱਲ ਦੁਨੀਆ ਦੇ ਸਾਹਮਣੇ ਰੱਖੀ ਤਾਂ ਕਮਿਊਨਿਟੀ ਦੀ ਗੱਲ ਕਰੀਏ ਤਾਂ ਕਮਿਊਨਿਟੀ ਵੱਲੋਂ ਤੁਹਾਨੂੰ ਕਿੰਨਾ ਕੁ ਸਹਿਯੋਗ ਮਿਲਿਆ? ਅਸੀਂ ਬਹੁਤ ਥੈਂਕਫੁਲ ਹਾਂ। ਸਾਡੀ ਫਿਲਮ ਬਿਕਾਜ਼ ਵੀ ਆਰ ਗਰਲਸ, ਇਹ ਜਿਨੀ ਵੀ ਆ ਕੇ ਦੇਖੀ, ਸਾਨੂੰ ਮੈਸੇਜ ਆਉਂਦੇ ਆ, ਸਾਨੂੰ ਉੱਥੇ ਥੀਏਟਰ ਦੇ ਵਿੱਚ ਗੱਲ ਵਕੜੀ ਪਾਉਂਦੇ ਆ ਅਤੇ ਇਹੀ ਕਹਿੰਦੇ ਆ, ਪੁੱਤ ਜੋ ਤੁਸੀਂ ਕੀਤਾ ਤੁਸੀਂ ਸਹੀ ਕੀਤਾ। ਫਾਈਨਲੀ ਕਿਸੇ ਨੇ ਆਵਾਜ਼ ਉਠਾਈ, ਇਹ ਇਸ਼ੂ ਸਾਹਮਣੇ ਲਿਆਂਦਾ, ਕਿਸੇ ਦੇ ਵਿੱਚ ਕਰੇਜ ਹੋਈ ਇਹ ਸਾਹਮਣੇ ਲਿਆਉਣ ਲਈ ਕਰਕੇ। ਜਿਹੜੀਆਂ ਵੀ ਸਿਰਫ ਤੀਵੀਆਂ ਨਹੀਂ, ਲਾਈਕ ਈਵਨ ਮੈਨ, ਉਹ ਤੁਸੀਂ ਉਹਨਾਂ ਦਾ ਦੁੱਖ ਫੀਲ ਕਰ ਸਕਦੇ ਆ, ਰਾਈਟ, ਵੀ ਅਸੀਂ ਐਵੇਂ ਨਹੀਂ ਵੀ ਸਾਡੇ ਦਿਮਾਗ 'ਚ ਹੀ ਆ ਵੀ ਇਹ ਘਰ ਘਰ ਦੀ ਕਹਾਣੀ ਆ, ਰਾਈਟ, ਇਹ ਸੱਚਾਈ ਆ ਲੋਕਾਂ ਦੀ। ਸੋ ਜਦੋਂ ਸੱਚਾਈ ਤੁਸੀਂ ਪੇਸ਼ ਕਰਦੇ ਆ ਐਂਡ ਉਹ ਜਦੋਂ ਫਿਰ ਆਡੀਅנס ਆ ਕੇ ਤੁਹਾਨੂੰ ਕਹਿੰਦਾ ਹੈ, ਪੁੱਤ ਦੱਸ ਮੈਂ ਤੁਹਾਡੇ ਲਈ ਕੀ ਕਰ ਸਕਦੀ ਹਾਂ, ਜਾਂ ਪੁੱਤ ਮੈਂ ਕੀ ਕਰਾਂ ਤੇਰੇ ਲਈ, ਦੱਸ ਮੈਨੂੰ ਤੂੰ ਈਮੇਲ ਭੇਜੀ, ਫਿਰ ਆਲਰੈਡੀ ਅੰਦਰ ਇੱਕ ਤਾਂ ਮਨ ਨੂੰ ਸ਼ਾਂਤੀ ਮਿਲਦੀ ਆ ਵੀ ਹਾਂ ਅਸੀਂ ਸੱਚੀ ਠੀਕ ਕੀਤਾ। ਦੂਜੀ ਗੱਲ ਇਹ ਆ ਵੀ ਹਾਂ ਹੁਣ ਆਪਣੀ ਕਮਿਊਨਿਟੀ ਦੇ ਰੈਡੀ ਆ ਇਹ ਸੈਕਸ ਦੀ, ਰੇਪ ਦੀ, ਸੈਕਸ਼ੂਅਲ ਅਸੌਲਟ ਦੀ ਟੌਪਿਕ ਦੀ ਗੱਲ ਬਾਹਰ ਲਿਆਉਣ ਨੂੰ।
ਜੀ ਬੇਸ਼ੱਕ ਕਮਿਊਨਿਟੀ ਦਾ ਸਹਿਯੋਗ ਤਾਂ ਤੁਹਾਨੂੰ ਮਿਲਿਆ ਪਰ ਆਪਣੇ ਪੇਰੈਂਟਸ ਦਾ ਨਹੀਂ, ਜਿਨ੍ਹਾਂ ਤੋਂ ਸਾਨੂੰ ਸਭ ਤੋਂ ਜ਼ਿਆਦਾ ਇੱਕ ਉਮੀਦ ਹੁੰਦੀ ਹੈ ਕਿਉਂਕਿ ਸਾਡਾ ਬਲੱਡ ਰਿਲੇਸ਼ਨ ਹੁੰਦਾ ਹੈ। ਸਾਨੂੰ ਉਮੀਦ ਹੁੰਦੀ ਹੈ ਕਿ ਸਭ ਤੋਂ ਪਹਿਲਾਂ ਉਹੀ ਸਾਡਾ ਸਾਥ ਦੇਣਗੇ, ਪਰ ਜਦ ਤੁਹਾਡੇ ਪੇਰੈਂਟਸ ਨੇ ਤੁਹਾਡਾ ਸਾਥ ਨਹੀਂ ਦਿੱਤਾ, ਪਰ ਜਦੋਂ ਇਹ ਗੱਲ ਦੁਨੀਆ ਤੱਕ ਪਹੁੰਚੀ ਕਿ ਉਸ ਤੋਂ ਬਾਅਦ ਉਹਨਾਂ ਵਿੱਚ ਕੋਈ ਬਦਲਾਵ ਤੁਸੀਂ ਵੇਖਿਆ? ਵੈਲ, ਇੱਕ ਤਾਂ ਪੇਰੈਂਟਸ ਫਿਲਮ ਦੇ ਵਿੱਚ ਉਹਨੇ ਹਿੱਸਾ ਲਿਆ, ਸੋ ਇੱਕ ਇਹੀ ਬਹੁਤ ਵੱਡੀ ਸਟੇਟਮੈਂਟ ਆ। ਜੋ ਵੀ ਉਹਨਾਂ ਦੇ ਵਿਊ ਆ, ਚਾਹੇ ਅਸੀਂ ਉਹਨਾਂ ਨਾਲ ਅਗਰੀ ਕਰਦੇ ਹਾਂ ਜਾਂ ਨਹੀਂ, ਹੈ ਨਾ, ਸੋ ਉਨੀ ਹਿੱਸਾ ਲਿਆ ਵੀ ਹਾਂ ਉਹਨਾਂ ਦਾ ਪੁਆਇੰਟ ਆਫ ਵਿਊ ਵੀ ਸਾਰੀ ਦੁਨੀਆ ਦੇਖ ਸਕੇ, ਰਾਈਟ, ਤੇ ਅੰਡਰਸਟੈਂਡ ਕਰ ਸਕੇ ਵੀ ਇਹ ਇਸ਼ੂ ਕਿੱਡਾ ਵੱਡਾ ਆ ਆਪਣੀ ਕਮਿਊਨਿਟੀ 'ਚ। ਸੋ ਆਈ ਥਿੰਕ ਇੱਕ ਇਕੱਲੀ ਫਿਲਮ ਬਣਾਉਣਾ ਨਹੀਂ, ਪਰ ਸਾਨੂੰ ਦੇਖਦੇ ਹਾਂ 2006 ਤੋਂ ਹੁਣ ਤਾਈਂ ਸਾਡੇ ਮਾਂ ਪਿਓ ਨੇ ਦੇਖਿਆ ਵੀ ਅਸੀਂ ਕਿੰਨੀਆਂ ਸਟਰੋਂਗ ਆ, ਤੇ ਅਸੀਂ ਨਹੀਂ ਸ਼ਰਮ ਦੇ ਵਿੱਚ ਸ਼ਰਮ ਤਾਂ ਸੱਟ ਤੇ ਲਾ ਕੇ ਸੱਟਤੀ, ਰਾਈਟ, ਅਸੀਂ ਨਹੀਂ ਸ਼ਰਮ ਦੇ ਪਿੱਛੇ ਲੁਕੇ ਹੋਏ। ਸੋ ਉਹਨਾਂ ਨੂੰ ਵੀ ਹੋਰ ਫਿਰ ਅੰਦਰੋਂ ਸਟਰੈਂਥ ਮਿਲਦਾ ਆ, ਸ਼ਕਤੀ ਮਿਲਦੀ ਆ ਵੀ ਹਾਂ ਬਈ ਪੁੰਨੀ ਭਾਈ ਦਾ ਨੇਮ ਨਹੀਂ ਬਦਨਾਮ ਹੁੰਦਾ ਜੇ ਕਿਸੇ ਨੇ ਜ਼ਬਰਦਸਤੀ ਉਹਦੀਆਂ ਲੜਕੀਆਂ ਨਾਲ, ਰਾਈਟ, ਇੱਦਾਂ ਦੇ ਕ੍ਰਾਈਮ ਕਮਿਟ ਕੀਤੇ ਆ। ਇਸ ਫਿਲਮ ਤੋਂ ਬਾਅਦ ਵਾਟ ਆਰ ਯੂ ਹੋਪਿੰਗ ਕਿ ਜੋ ਲੋਕ ਇਸ ਫਿਲਮ ਨੂੰ ਦੇਖ ਰਹੇ ਨੇ ਉਹ ਕੀ ਨਾਲ ਲੈ ਕੇ ਜਾ ਰਹੇ ਨੇ? ਵੈਲ, ਇਸ ਫਿਲਮ ਤੋਂ ਇੱਕ ਤਾਂ ਇਹ ਆ, ਜਿਹੜੀਆਂ ਲੜਕੀਆਂ ਆ ਤੁਸੀਂ ਉਹਨਾਂ ਨੂੰ ਉਹੀ ਰਿਸਪੈਕਟ ਦਿਓ ਜੋ ਤੁਸੀਂ ਆਪਣੇ ਮੁੰਡਿਆਂ ਨੂੰ ਦਿੰਦੇ ਆ। ਕਾਹਤੇ ਇੰਨਾ ਡਿਫਰੈਂਸ ਆ? ਲੜਕੀਆਂ ਨੂੰ ਉਹੀ ਓਪਰਚੁਨਿਟੀ ਦਿਓ, ਰਾਈਟ। ਨਾਲੇ ਕੀ ਆ ਵੀ ਤੁਸੀਂ ਆਪਣੇ ਮੁੰਡਿਆਂ ਨੂੰ ਸਿਖਾਉਂਦੇ ਆ ਆਪਣੇ ਘਰਾਂ 'ਚ ਵੀ ਉਹ ਵੱਡੇ ਹੋ ਕੇ ਇੱਦਾਂ ਦੇ ਕ੍ਰਾਈਮ ਕਰਦੇ ਆ ਅਗੇਂਸਟ ਅਦਰ ਬੋਇਜ਼, ਅਗੇਂਸਟ ਫੀਮੇਲਸ, ਹੈ ਨਾ, ਵੀ ਕੀ ਆ ਆਪਾਂ ਆਪਣੇ ਵਿੱਚ ਜਿਹੜੇ ਆਪਾਂ ਐਜ਼ ਪੇਰੈਂਟਸ, ਐਜ਼ ਕੇਅਰ ਗਿਵਰਸ ਆਪਾਂ ਮੁੰਡੇ ਰੇਜ਼ ਕਰਦੇ ਆ, ਉਹ ਜਿਹੜੇ ਫਿਰ ਵੱਡੇ ਹੋ ਕੇ ਉਹਨਾਂ ਨੂੰ ਹਾਰਮ ਕਰੇ। ਸੋ ਇਹ ਗੱਲਾਂ ਆਪਾਂ ਨੂੰ ਦੇਖਣੀਆਂ ਚਾਹੀਦੀਆਂ ਆ, ਤੇ ਰਿਸਰਚ ਬਹੁਤ ਪ੍ਰੂਵ ਕਰਦੀ ਆ 0 ਏਜ ਤੋਂ ਲੈ ਕੇ 6 ਏਜ ਤਾਈਂ ਬਹੁਤ ਕ੍ਰੂਸ਼ਲ ਏਜ ਆ ਵੀ ਜਿਹੜੀ ਡਿਵੈਲਪਮੈਂਟ ਨੀਡ ਆ ਬੱਚੇ ਦੇ, ਉਹ ਹੈਵ ਟੂ ਮੀਟ ਹੋਣੇ ਚਾਹੀਦੇ ਆ। ਸੋ ਆਪਾਂ ਨੂੰ ਐਜੂਕੇਟ ਕਰਨਾ ਪੈਣਾ ਆ ਵੀ ਉਸ ਟਾਈਮ ਦੇ ਵਿੱਚ ਕਿਹੜੇ ਨੀਡਸ ਆ ਜਿਹੜੇ ਆਪਾਂ ਨਹੀਂ ਆਪਣੀ ਬੱਚੇ 'ਚ ਮੀਟ ਕਰਦੇ ਜਾਂ ਆਪਣੀਆਂ ਫੈਮਲੀਆਂ 'ਚ ਨਹੀਂ ਮੀਟ ਕਰਦੇ। ਤੁਹਾਡੇ ਆਪਣੇ ਹੀ ਕੇਸ ਦੀ ਗੱਲ ਕਰੀਏ ਕਿ ਇੰਨੀ ਹਿੰਮਤ ਜੁਟਾਉਣ ਤੋਂ ਬਾਅਦ ਵੀ ਤੁਸੀਂ ਜਦੋਂ ਕੋਰਟ ਤੱਕ ਵੀ ਪਹੁੰਚੇ ਤਾਂ ਵੀ ਸ਼ਾਇਦ ਤੁਹਾਨੂੰ ਉਹ ਇਨਸਾਫ ਨਹੀਂ ਮਿਲਿਆ ਜਿਸ ਦੀ ਤੁਹਾਨੂੰ ਉਮੀਦ ਸੀ। ਤੁਹਾਨੂੰ ਲੱਗਦਾ ਹੈ ਕਿ ਕੈਨੇਡੀਅਨ ਲਾਜ਼ ਵਿੱਚ ਬਦਲਾਵ ਦੀ ਲੋੜ ਹੈ? ਉਹ ਇੱਕ ਕਮੀ ਨਹੀਂ ਕੈਨੇਡੀਅਨ ਲਾਅ 'ਚ। ਕੈਨੇਡੀਅਨ ਲਾਅ 'ਚ ਤਾਂ ਇੰਨੀਆਂ ਕਮੀਆਂ ਆ ਕਰਕੇ ਇਹ ਸੋਚਣ ਵਾਲੀ ਗੱਲ ਆ ਕਿ ਇੱਕ ਜੱਜ ਨੇ ਇਹਨੂੰ ਰੇਪਿਸਟ ਨੂੰ ਗਿਲਟੀ ਕਰਾਰ ਦਿੱਤਾ। ਸੋ ਜਦ ਤੁਸੀਂ ਗਿਲਟੀ ਆ, ਇਹ ਕਿਵੇਂ ਹੋ ਸਕਦਾ ਹੈ ਵੀ ਹੁਣ ਤੁਸੀਂ ਜੀ ਫਰੀ ਆ? ਸੋ ਇਹ ਆਟੋਮੈਟਿਕਲੀ ਦੱਸਦਾ ਆ ਵੀ ਕਾਨੂੰਨ 'ਚ ਕੁਛ ਰੋਂਗ ਆ। ਅਤੇ ਦੂਜੀ ਗੱਲ ਆ, ਇਹ ਕਿਵੇਂ ਹੋ ਸਕਦਾ ਆ 8 ਸਾਲ 2011 ਤੋਂ ਲੈ ਕੇ ਕੋਰਟ ਦੇ ਵਿੱਚ ਇਹ ਮਸਲਾ ਚੱਲੀ ਗਿਆ ਵੀ ਇਹ ਕਿੰਨਾ ਰੋਂਗ ਆ? ਜਿਨ੍ਹਾਂ ਨਾਲ ਇਹ ਹਾਦਸਾ ਹੋਇਆ, ਹਾਰਮ ਹੋਇਆ ਜਾਂ ਵਿਕਟਮ ਆ, ਉਹਨਾਂ ਲਈ ਕਿੰਨੀ ਇਹ ਇਮੋਸ਼ਨਲੀ ਟਰਾਮੈਟਿਕ ਜਰਨੀ ਆ। ਅਤੇ ਕਾਹਤੇ ਕੋਈ ਮੋਹਰੇ ਆਊਗਾ, ਆਵਾਜ਼ ਉਠਾਊਗਾ ਵੀ ਪੁਲਿਸ ਕੋ ਜਾਊਗਾ, right? So much stuff is wrong with law. Canadian law, ਤੇ ਅਸੀਂ ਬਲੀਵ ਨਹੀਂ ਕਰ ਸਕਦੇ ਕੈਨੇਡਾ ਦੇ ਵਿੱਚ ਰਹਿ ਕੇ ਆਹ ਨਤੀਜਾ ਆਇਆ ਕੇਸ ਦਾ। ਵੈਲ ਜੀਤੀ ਜੀ, ਥੈਂਕ ਯੂ ਸੋ ਮਚ। ਅਸੀਂ ਵੀ ਇਹੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਜਲਦ ਤੋਂ ਜਲਦ ਇਨਸਾਫ ਮਿਲੇ। ਥੈਂਕ ਯੂ ਸੋ ਮਚ। ਸੋ ਇਹ ਸੀ ਜੀਤੀ ਪੁੰਨੀ, ਜਿਨ੍ਹਾਂ ਨੇ ਵੈਂਕੂਵਰ ਤੋਂ ਸਾਡੇ ਨਾਲ ਗੱਲਬਾਤ ਕੀਤੀ ਤੇ ਆਪਣੀ ਆਪ ਬੀਤੀ ਸਾਡੇ ਨਾਲ ਸਾਂਝੀ ਕੀਤੀ। ਅਸੀਂ ਵੀ ਇਹੀ ਉਮੀਦ ਕਰਦੇ ਹਾਂ ਕਿ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਤੇ ਇਸ ਫਿਲਮ ਰਾਹੀਂ ਜੋ ਸੁਨੇਹਾ ਉਹਨਾਂ ਨੇ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਉਹ ਲੋਕਾਂ ਤੱਕ ਜ਼ਰੂਰ ਪਹੁੰਚਣਾ ਚਾਹੀਦਾ ਹੈ। ਅਜਿਹੇ ਵਿੱਚ ਇੱਕੋ ਹੀ ਉਮੀਦ ਹੁੰਦੀ ਹੈ, ਸਪੋਰਟ ਦੀ, ਪਿਆਰ ਦੀ। ਉਮੀਦ ਕਰਦੇ ਹਾਂ ਸਾਡੀ ਇਹ ਖਾਸ ਪੇਸ਼ਕਸ਼ ਤੁਹਾਨੂੰ ਪਸੰਦ ਆਈ ਹੋਵੇਗੀ। ਫਿਲਹਾਲ ਸਾਨੂੰ ਦਿਓ ਇਜਾਜ਼ਤ। ਮੁਲਾਕਾਤ ਹੋਏਗੀ ਅਗਲੇ ਹਫਤੇ ਇੱਕ ਹੋਰ ਨਵੇਂ ਮੁੱਦੇ ਦੇ ਨਾਲ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।